दोस्तों, ਪਲਾਟਾਂ ਦੀਆਂ ਰਜਿਸਟਰੀਆਂ ਕਰਵਾਉਣ ਸੰਬੰਧੀ ਐਨਓਸੀ ਇੱਕ ਮਹੱਤਵਪੂਰਨ ਵਿਸ਼ਾ ਬਣ ਚੁੱਕਿਆ ਹੈ। ਪਿਛਲੇ ਕਾਫੀ ਲੰਬੇ ਸਮੇਂ ਤੋਂ ਪਲਾਟਾਂ ਦੀਆਂ ਰਜਿਸਟਰੀਆਂ ਲਈ ਐਨਓਸੀ ਲੈਣਾ ਇੱਕ ਭੰਬਲ ਭੂਸਾ ਬਣ ਚੁੱਕਿਆ ਸੀ, ਜੋ ਨਵੀਂ ਬਣੀ ਪੰਜਾਬ ਸਰਕਾਰ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਕਾਫੀ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਆਪਾਂ ਅੱਜ ਇਸ ਐਨਓਸੀ ਦੇ ਮਹੱਤਵਪੂਰਨ ਵਿਸ਼ੇ ਤੇ ਗੱਲ ਕਰਾਂਗੇ। ਇਸ ਵੀਡੀਓ ਨੂੰ ਪੂਰੀ ਜ਼ਰੂਰ ਦੇਖੋ, ਕਿਉਂਕਿ ਜੇਕਰ ਤੁਸੀਂ ਇਸ ਵੀਡੀਓ ਨੂੰ ਭਜਾ ਕੇ ਦੇਖੋਗੇ ਤਾਂ ਤੁਹਾਨੂੰ ਕੁਝ ਵੀ ਸਮਝ ਨਹੀਂ ਆਵੇਗਾ। ਨਾਲ ਹੀ ਸਾਡੇ ਇਸ ਚੈਨਲ ਨੌਲੇਜ ਸਰਵਿਸਿਜ਼ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਦਿੱਤੇ ਬੈਲ ਆਈਕਨ ਦੇ ਬਟਨ ਨੂੰ ਦਬਾ ਲਓ ਤਾਂ ਕਿ ਤੁਹਾਨੂੰ ਸਾਡੇ ਵੱਲੋਂ ਦਿੱਤੀ ਜਾਣਕਾਰੀ ਦੀਆਂ ਨੋਟੀਫਿਕੇਸ਼ਨਸ ਮਿਲਦੀਆਂ ਰਹਿਣ। ਸਾਲ 1995 ਵਿੱਚ ਬਣੇ ਪਾਪਰਾ ਐਕਟ ਦੇ ਅਧੀਨ ਪੰਜਾਬ ਸਰਕਾਰ ਵੱਲੋਂ 2018 ਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ, ਜਿਸ ਦੇ ਤਹਿਤ 1000 ਵਰਗ ਮੀਟਰ ਤੋਂ ਘੱਟ ਦੇ ਪਲਾਟਾਂ ਲਈ ਰਜਿਸਟਰੀ ਕਰਵਾਉਣ ਲਈ ਐਨਓਸੀ ਲਾਜ਼ਮੀ ਕਰ ਦਿੱਤਾ ਗਿਆ ਸੀ। ਪਰ ਬਾਅਦ ਵਿੱਚ ਪੰਜਾਬ ਸਰਕਾਰ ਨੇ ਰਜਿਸਟ੍ਰੇਸ਼ਨ ਐਕਟ ਦਾ ਹਵਾਲਾ ਦਿੰਦੇ ਹੋਏ ਇਹ ਲਾਜ਼ਮੀ ਐਨਓਸੀ ਦੀ ਜਿਹੜੀ ਸ਼ਰਤ ਸੀ ਉਹ ਖਤਮ ਕਰ ਦਿੱਤੀ ਸੀ। ਪਰ ਇਸ ਦੇ ਉਲਟ ਹਾਈ ਕੋਰਟ ਵਿੱਚ ਚੱਲ ਰਹੇ ਮੁਕੱਦਮਿਆਂ ਦੇ ਚੱਲਦੇ ਹਾਈ ਕੋਰਟ ਦੇ ਹੁਕਮਾਂ ਦੇ ਤਹਿਤ ਇਹ ਜਿਹੜੀ ਐਨਓਸੀ ਆ ਉਹ ਫਿਰ ਲਾਜ਼ਮੀ ਕਰ ਦਿੱਤੀ ਗਈ। ਪਰੰਤੂ ਇਹ ਜਿਹੜੀ ਲਾਜ਼ਮੀ ਕੀਤੀ ਐਨਓਸੀ ਦੇ ਸੰਬੰਧ ਵਿੱਚ ਕਾਫੀ ਰੇੜਕਾ ਚੱਲ ਰਿਹਾ ਸੀ। ਕੌਣ ਐਨਓਸੀ ਦੇਵੇਗਾ, ਕਿਹੜੇ ਪਲਾਟ ਦੀ ਐਨਓਸੀ ਲਈ ਜਾਣੀ ਹੈ, ਕਿਹੜੇ ਪਲਾਟਾਂ ਦੀ ਨਹੀਂ ਲਈ ਜਾਣੀ। ਨਾਲ ਹੀ ਇਹ ਵੀ ਨਹੀਂ ਪਤਾ ਸੀ ਕਿ ਕਿਸ ਅਥਾਰਟੀ ਵੱਲੋਂ ਇਹ ਜਿਹੜੀ ਐਨਓਸੀ ਆ ਜਾਰੀ ਕੀਤੀ ਜਾਵੇਗੀ। ਸੋ ਇਹ ਸਾਰੀਆਂ ਜਿਹੜਾ ਰੇੜਕਾ ਚੱਲ ਰਿਹਾ ਸੀ, ਜਿਹੜੀ ਸਾਰੀ ਸਮੱਸਿਆ ਚੱਲ ਰਹੀ ਸੀ, ਇਸ ਨੂੰ ਹੱਲ ਕਰਨ ਲਈ ਨਵੀਂ ਬਣੀ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ 13 ਜੂਨ 2022 ਨੂੰ। ਇਸ ਨੋਟੀਫਿਕੇਸ਼ਨ ਦੇ ਵਿੱਚ ਪੰਜਾਬ ਸਰਕਾਰ ਨੇ ਇਹ ਤੈਅ ਕੀਤਾ ਕਿਹੜੀਆਂ ਜਾਇਦਾਦਾਂ ਦੀ ਰਜਿਸਟਰੀ ਕਰਵਾਉਣ ਲਈ ਸਾਨੂੰ ਐਨਓਸੀ ਦੀ ਜ਼ਰੂਰਤ ਹੋਵੇਗੀ ਤੇ ਕਿਹੜੀਆਂ ਜਾਇਦਾਦਾਂ ਦੀ ਰਜਿਸਟਰੀ ਕਰਾਉਣ ਲਈ ਸਾਨੂੰ ਐਨਓਸੀ ਦੀ ਜ਼ਰੂਰਤ ਨਹੀਂ ਹੋਵੇਗੀ। ਐਨਓਸੀ ਜਾਰੀ ਕਰਨ ਲਈ ਸੰਬੰਧਿਤ ਅਥਾਰਟੀ ਕਿਹੜੀ ਹੋਵੇਗੀ। ਇੱਕ ਗੱਲ ਹੋਰ ਇਸ ਨੋਟੀਫਿਕੇਸ਼ਨ ਦੇ ਵਿੱਚ ਕਲੀਅਰ ਕਰ ਦਿੱਤੀ ਗਈ ਹੈ ਕਿ ਜਿਹੜਾ ਪਿਛਲੀ ਨੋਟੀਫਿਕੇਸ਼ਨ 2018 'ਚ ਜਿਹੜੀ ਜਾਰੀ ਕੀਤੀ ਗਈ ਸੀ, ਉਹਦੇ ਵਿੱਚ ਜਿਹੜੀ ਪਲਾਟ ਦਾ ਸਾਈਜ਼ 1000 ਵਰਗ ਮੀਟਰ ਰੱਖਿਆ ਗਿਆ ਸੀ, ਯਾਨੀ ਕਿ 1000 ਵਰਗ ਮੀਟਰ ਤੋਂ ਜਾਂ ਉਸ ਤੋਂ ਉੱਪਰ ਦੇ ਪਲਾਟ ਦੇ ਲਈ ਐਨਓਸੀ ਦੀ ਕੋਈ ਜ਼ਰੂਰਤ ਨਹੀਂ ਸੀ। 1000 ਵਰਗ ਮੀਟਰ ਤੋਂ ਘੱਟ ਦੇ ਸਾਈਜ਼ ਦੇ ਪਲਾਟ ਲਈ ਐਨਓਸੀ ਜ਼ਰੂਰੀ ਕੀਤਾ ਗਿਆ ਸੀ। ਪਰ ਹੁਣ ਪੰਜਾਬ ਸਰਕਾਰ ਵੱਲੋਂ 1000 ਵਰਗ ਮੀਟਰ ਵਾਲੀ ਜਿਹੜੀ ਸ਼ਰਤ ਹੈ ਉਹ ਘਟਾ ਕੇ 500 ਵਰਗ ਮੀਟਰ ਦੀ ਕਰ ਦਿੱਤੀ ਗਈ ਹੈ। 500 ਵਰਗ ਮੀਟਰ ਤੱਕ ਜਾਂ ਉਸ ਤੋਂ ਉੱਪਰ ਦੀ ਜ਼ਮੀਨ ਦੀ ਰਜਿਸਟਰੀ ਲਈ ਕਿਸੇ ਵੀ ਅਥਾਰਟੀ ਤੋਂ ਐਨਓਸੀ ਲੈਣ ਦੀ ਜ਼ਰੂਰਤ ਨਹੀਂ ਪਵੇਗੀ। ਇਹ ਨੋਟੀਫਿਕੇਸ਼ਨ ਕੀ ਹੈ, ਇਸ ਨੋਟੀਫਿਕੇਸ਼ਨ ਨੂੰ ਪੰਜਾਬੀ ਦੇ ਵਿੱਚ ਅਨੁਵਾਦ ਕਰਕੇ ਤੁਹਾਨੂੰ ਪੂਰੀ ਤਰ੍ਹਾਂ ਸਮਝਾਉਣ ਜਾ ਰਿਹਾ ਹਾਂ। ਪੰਜਾਬ ਸਰਕਾਰ ਮਾਲ ਮੁੜ ਵਸੇਵਾ ਅਤੇ ਆਫਤ ਪ੍ਰਬੰਧਨ ਵਿਭਾਗ, ਸਟੈਂਪ ਅਤੇ ਰਜਿਸਟ੍ਰੇਸ਼ਨ ਸ਼ਾਖਾ ਵੱਲ ਪੰਜਾਬ ਰਾਜ ਵਿੱਚ ਸਾਰੀਆਂ ਡਿਵੀਜ਼ਨਾਂ ਦੇ ਕਮਿਸ਼ਨਰ, ਪੰਜਾਬ ਰਾਜ ਦੇ ਸਾਰੇ ਡਿਪਟੀ ਕਮਿਸ਼ਨਰ, ਪੰਜਾਬ ਰਾਜ ਦੇ ਸਾਰੇ ਸਬ ਰਜਿਸਟਰਾਰ ਅਤੇ ਸੰਯੁਕਤ ਸਬ ਰਜਿਸਟਰਾਰ, ਪੰਜਾਬ ਰਾਜ ਦੇ ਇੰਸਪੈਕਟਰ ਜਨਰਲ ਨੰਬਰ 24/33/2021 ਸਟੈਂਪ 8493, ਮਿਤੀ ਚੰਡੀਗੜ੍ਹ 13 ਜੂਨ 2022। ਵਿਸ਼ਾ ਗੈਰ ਕਾਨੂੰਨੀ ਅਣਅਧਿਕਾਰਤ ਕਲੋਨੀਆਂ ਵਿੱਚ ਪਲਾਟਾਂ ਦੀ ਰਜਿਸਟ੍ਰੇਸ਼ਨ ਸੰਬੰਧੀ ਹਦਾਇਤਾਂ। ਮਾਣਯੋਗ ਮੁੱਖ ਮੰਤਰੀ ਪੰਜਾਬ ਨੇ ਵਧੀਕ ਮੁੱਖ ਸਕੱਤਰ ਕਮ ਵਿੱਤੀ ਕਮਿਸ਼ਨਰ ਮਾਲ ਦੀ ਇੱਕ ਕਮੇਟੀ ਬਣਾਈ ਸੀ, ਜਿਸ ਵਿੱਚ ਪ੍ਰਮੁੱਖ ਸਕੱਤਰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਅਤੇ ਪ੍ਰਮੁੱਖ ਸਕੱਤਰ ਸਥਾਨਕ ਸਰਕਾਰਾਂ ਸ਼ਾਮਲ ਸਨ। ਕਮੇਟੀ ਦੀਆਂ ਸਿਫਾਰਸ਼ਾਂ ਅਨੁਸਾਰ ਪੰਜਾਬ ਰਾਜ ਵਿੱਚ ਵਿਕਰੀ ਡੀਡਾਂ ਦੀ ਰਜਿਸਟ੍ਰੇਸ਼ਨ ਦੇ ਸੰਬੰਧ ਵਿੱਚ ਹੇਠ ਲਿਖੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਸਥਾਨਕ ਸਰਕਾਰਾਂ ਦਾ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਲਾਇਸੈਂਸਸ਼ੁਦਾ ਅਧਿਕਾਰਤ ਕਲੋਨੀਆਂ ਸਕੀਮਾਂ ਦੀ ਸੂਚੀ ਨੂੰ ਵੇਰਵੇ, ਖਸਰਾ ਨੰਬਰ ਅਤੇ ਪ੍ਰਵਾਨਿਤ ਖਾਕਾ ਯੋਜਨਾ ਦੇ ਨਾਲ ਪ੍ਰਕਾਸ਼ਿਤ ਕਰੋ ਤਾਂ ਜੋ ਉਹ ਖੇਤਰ ਸਪਸ਼ਟ ਤੌਰ ਤੇ ਪਰਿਭਾਸ਼ਿਤ ਕੀਤਾ ਜਾ ਸਕੇ, ਜਿੱਥੇ ਵਿਕਰੀ ਡੀਡ ਦੀ ਰਜਿਸਟ੍ਰੇਸ਼ਨ ਅਧਿਕਾਰਾਂ ਦੇ ਤਬਾਦਲੇ ਲਈ ਐਨਓਸੀ ਦੀ ਲੋੜ ਨਹੀਂ ਹੈ। ਸੋ ਇੱਥੇ ਸਰਕਾਰ ਨੇ ਸਥਾਨਕ ਸਰਕਾਰਾਂ ਦਾ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਨੂੰ ਇਹ ਕਿਹਾ ਹੈ ਕਿ ਉਹ ਸੂਚੀ ਉਪਲਬਧ ਕਰਵਾਈ ਜਾਵੇ ਜਿਹੜੀਆਂ ਕਲੋਨੀਆਂ ਰਜਿਸਟਰਡ ਹਨ, ਜਿਹੜੀਆਂ ਕਲੋਨੀਆਂ ਲਾਇਸੈਂਸਸ਼ੁਦਾ ਹਨ ਅਤੇ ਅਧਿਕਾਰਤ ਹਨ, ਉਹਨਾਂ ਦੀ ਸੂਚੀ ਹੈ ਜਿਹੜੀ ਉਹ ਪ੍ਰੋਵਾਈਡ ਕਰਾਈ ਜਾਵੇ ਤਾਂ ਕਿ ਇਹ ਪਤਾ ਚੱਲ ਸਕੇ ਕਿ ਇਹਨਾਂ ਕਲੋਨੀਆਂ ਦੇ ਪਲਾਟਾਂ ਦੀ ਜਿਹੜੀ ਰਜਿਸਟ੍ਰੇਸ਼ਨ ਆ, ਇਹਨਾਂ ਦੀ ਵਿਕਰੀ ਡੀਡ ਦੀ ਜਿਹੜੀ ਰਜਿਸਟ੍ਰੇਸ਼ਨ ਆ, ਉਹਦੀ ਐਨਓਸੀ ਦੀ ਕੋਈ ਜ਼ਰੂਰਤ ਨਹੀਂ ਹੈ। ਨੰਬਰ 2,
ਵਿਕਰੀ ਡੀਡਾਂ ਅਧਿਕਾਰਾਂ ਦੇ ਤਬਾਦਲੇ ਦੇ ਹੋਰ ਸਾਰੇ ਮਾਮਲਿਆਂ ਲਈ ਸਮਰੱਥ ਅਥਾਰਟੀ ਤੋਂ ਪੂਰਵ ਐਨਓਸੀ ਦੀ ਲੋੜ ਹੋਵੇਗੀ। ਇਸ ਤੋਂ ਇਹ ਭਾਵ ਹੈ ਕਿ ਜਿਹੜੀਆਂ ਕਲੋਨੀਆਂ ਰਜਿਸਟਰਡ ਹਨ, ਲਾਇਸੈਂਸਸ਼ੁਦਾ ਹਨ, ਉਹਨਾਂ ਤੋਂ ਬਿਨਾਂ ਬਾਕੀ ਸਾਰੇ ਜਿਹੜੇ ਪਲਾਟਾਂ ਦੇ ਜਿਹੜੇ ਤਬਾਦਲੇ ਆ ਉਹਨਾਂ ਲਈ ਵਿਕਰੀ ਡੀਡ ਲਈ ਐਨਓਸੀ ਦੀ ਜ਼ਰੂਰਤ ਹੋਵੇਗੀ। ਪਰੰਤੂ ਇਸ ਵਿੱਚ ਹੇਠ ਲਿਖੀਆਂ ਜਾਇਦਾਦਾਂ ਦੇ ਤਬਾਦਲੇ ਲਈ ਐਨਓਸੀ ਦੀ ਜ਼ਰੂਰਤ ਨਹੀਂ ਹੋਵੇਗੀ। ਨੰਬਰ 1, ਸਿਵਾਏ ਲਾਲ ਲਕੀਰ ਦੇ ਅੰਦਰ ਪੈਂਦੇ ਪਿੰਡ ਆਬਾਦੀ ਦੇਹ ਦਾ ਇਲਾਕਾ। ਸੋ ਜਿਹੜੇ ਪਿੰਡਾਂ ਦੀ ਲਾਲ ਲਕੀਰ ਦੇ ਅੰਦਰ ਪਲਾਟ ਨੇ ਜਾਂ ਮਕਾਨ ਨੇ ਜਾਂ ਦੁਕਾਨਾਂ ਨੇ, ਉਹਨਾਂ ਲਈ ਕਿਸੇ ਵੀ ਐਨਓਸੀ ਦੀ ਜ਼ਰੂਰਤ ਨਹੀਂ ਹੋਵੇਗੀ। ਉਹ ਚਾਹੇ ਪਿੰਡ ਦੀ ਲਾਲ ਲਕੀਰ ਦੇ ਅੰਦਰ ਹੋਣ ਜਾਂ ਕਿਸੇ ਸ਼ਹਿਰ ਦੀ ਲਾਲ ਲਕੀਰ ਦੇ ਅੰਦਰ ਹੋਣ। ਲਾਲ ਲਕੀਰ ਤੇ ਮਿਊਨਿਸਪਲ ਹਦੂਦ ਦੋਨੋਂ ਵੱਖੋ ਵੱਖਰੀਆਂ ਚੀਜ਼ਾਂ ਨੇ। ਇਹਨੂੰ ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਪ੍ਰਭਾਸ਼ਿਤ ਕਰ ਚੁੱਕਿਆ। ਸੋ ਲਾਲ ਲਕੀਰ ਦੇ ਅੰਦਰ ਦੇ ਪਲਾਟਾਂ ਦੇ ਲਈ ਕਿਸੇ ਐਨਓਸੀ ਦੀ ਜ਼ਰੂਰਤ ਨਹੀਂ ਹੋਵੇਗੀ। ਨੰਬਰ 2, ਜ਼ਮੀਨ ਵੰਡਣ ਜਾਂ ਵੰਡਣ ਦਾ ਪ੍ਰਸਤਾਵ। ਇਹ ਖੇਤੀਬਾੜੀ ਦੇ ਉਦੇਸ਼ ਲਈ ਬਸ਼ਰਤੇ ਕਿ ਵੰਡ ਦਾ ਪ੍ਰਸਤਾਵਿਤ ਖੇਤਰ 500 ਵਰਗ ਮੀਟਰ ਤੋਂ ਘੱਟ ਨਾ ਹੋਵੇ। ਨੋਟ: ਖੇਤੀਬਾੜੀ ਜ਼ਮੀਨ ਦੀ ਵਿਕਰੀ ਡੀਡ ਦੇ ਮਾਮਲੇ ਵਿੱਚ ਇਹ ਸਪਸ਼ਟ ਕੀਤਾ ਜਾਂਦਾ ਹੈ ਕਿ 500 ਵਰਗ ਮੀਟਰ ਜਾਂ ਇਸ ਤੋਂ ਵੱਧ ਦੀ ਖੇਤੀਬਾੜੀ ਜ਼ਮੀਨ ਲਈ ਵਿਕਰੀ ਡੀਡ ਲਈ ਕਿਸੇ ਐਨਓਸੀ ਦੀ ਲੋੜ ਨਹੀਂ ਹੈ। ਹਾਲਾਂਕਿ ਜੇਕਰ ਕਿਸਾਨ ਦੀ ਕੁੱਲ ਮਲਕੀਅਤ 500 ਵਰਗ ਮੀਟਰ ਤੱਕ ਹੈ ਤਾਂ ਸਬ ਡਿਵੀਜ਼ਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਖੇਤੀਬਾੜੀ ਦੇ ਉਦੇਸ਼ ਲਈ ਕਿਸਾਨ ਦੀ ਕੁੱਲ ਮਾਲਕੀ ਦੀ ਵਿਕਰੀ ਡੀਡ ਲਈ ਕਿਸੇ ਐਨਓਸੀ ਦੀ ਲੋੜ ਨਹੀਂ ਹੋਵੇਗੀ। ਇਸ ਦਾ ਮਤਲਬ ਹੈ ਕਿ 500 ਵਰਗ ਮੀਟਰ ਤੋਂ ਵੱਧ ਜ਼ਮੀਨ ਦੀ ਰਜਿਸਟਰੀ ਲਈ ਕਿਸੇ ਐਨਓਸੀ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਜੇਕਰ ਕਿਸੇ ਕਿਸਾਨ ਕੋਲੇ 500 ਵਰਗ ਮੀਟਰ ਤੋਂ ਘੱਟ ਜ਼ਮੀਨ ਹੈ ਤੇ ਉਹ ਉਸ ਦੀ ਕੋਈ ਵਰਗ ਵੰਡ ਨਹੀਂ ਕਰ ਰਿਹਾ, ਉਸ ਨੂੰ 2 ਭਾਗਾਂ ਦੇ ਵਿੱਚ ਜਾਂ 3 ਭਾਗਾਂ ਦੇ ਵਿੱਚ ਜਾਂ ਟੋਟਿਆਂ ਦੇ ਵਿੱਚ ਨਹੀਂ ਵੰਡ ਰਿਹਾ, ਪੂਰੀ ਜ਼ਮੀਨ ਦੀ ਰਜਿਸਟਰੀ ਕਰਵਾ ਰਿਹਾ ਹੈ, ਤਾਂ 500 ਵਰਗ ਮੀਟਰ ਵਾਲੀ ਜਿਹੜੀ ਸ਼ਰਤ ਹੈ ਉਹ ਲਾਗੂ ਨਹੀਂ ਹੋਵੇਗੀ ਤੇ ਉਸ ਦੀ ਪੂਰੀ ਮਾਲਕੀ ਦੀ ਵਿਕਰੀ ਦੀ ਸੇਲ ਡੀਡ ਲਈ ਕਿਸੇ ਐਨਓਸੀ ਦੀ ਜ਼ਰੂਰਤ ਨਹੀਂ ਹੋਵੇਗੀ। ਬੀ, ਉਹਨਾਂ ਮਾਮਲਿਆਂ ਵਿੱਚ ਜਿੱਥੇ ਪਰਿਵਾਰਕ ਵੰਡ ਦੇ ਨਤੀਜੇ ਵਜੋਂ ਰਜਿਸਟ੍ਰੇਸ਼ਨ ਦੀ ਲੋੜ ਹੁੰਦੀ ਹੈ, ਸੰਯੁਕਤ ਹੋਲਡਿੰਗਜ਼ ਦੀ ਵਿਰਾਸਤ, ਉੱਤਰਾਧਿਕਾਰ ਜਾਂ ਵੰਡ ਲਾਭ ਕਮਾਉਣ ਦੇ ਉਦੇਸ਼ ਨਾਲ ਨਹੀਂ। ਇਸ ਤੋਂ ਭਾਵ ਹੈ ਕਿ ਬਲੱਡ ਰਿਲੇਸ਼ਨ ਦੇ ਵਿੱਚ ਜੋ ਰਜਿਸਟਰੀ ਆਪਾਂ ਕਰਾਉਂਦੇ ਆ ਉਸ ਤੇ ਕੋਈ ਐਨਓਸੀ ਦੀ ਜ਼ਰੂਰਤ ਨਹੀਂ ਹੋਵੇਗੀ। ਇਹਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਲਾਭ ਨਹੀਂ ਕਮਾਇਆ ਜਾਂਦਾ ਹੈ ਜਿਹੜੀ, ਇਸ ਕਰਕੇ ਇਹਦੇ ਵਾਸਤੇ ਵੀ ਐਨਓਸੀ ਦੀ ਕੋਈ ਜ਼ਰੂਰਤ ਨਹੀਂ ਹੋਵੇਗੀ। ਸੀ, ਜੇਕਰ ਪ੍ਰਾਪਰਟੀ ਪਲਾਟ ਦੀ ਪਹਿਲੀ ਵਿਕਰੀ ਡੀਡ 9 ਅਗਸਤ 1995 ਤੋਂ ਪਹਿਲਾਂ ਦੀ ਹੈ ਤਾਂ ਪਲਾਟ ਦੀ ਅਗਲੀ ਵਿਕਰੀ ਡੀਡ ਲਈ ਕੋਈ ਐਨਓਸੀ ਦੀ ਲੋੜ ਨਹੀਂ ਹੈ, ਬਸ਼ਰਤੇ ਕਿ ਜਾਇਦਾਦ ਨੂੰ ਅੱਗੇ ਵੰਡਿਆ ਨਾ ਗਿਆ ਹੋਵੇ। ਸੋ ਇਸ ਦਾ ਭਾਵ ਇਹ ਹੈ ਕਿ ਜੇ ਤੁਸੀਂ ਕੋਈ ਪਲਾਟ 9 ਅਗਸਤ 1995 ਤੋਂ ਜਾਣੀ ਕਿ ਪਾਪਰਾ ਐਕਟ ਪਾਸ ਹੋਣ ਤੋਂ ਪਹਿਲਾਂ ਖਰੀਦ ਕੀਤਾ ਹੈ, ਤੁਹਾਡੀ ਜਿਹੜੀ ਸੇਲ ਡੀਡ ਹੈ ਜਾਂ ਤੁਹਾਡੀ ਜਿਹੜੀ ਰਜਿਸਟਰੀ ਹੈ ਉਹ 1995 ਤੋਂ ਪਹਿਲਾਂ ਦੀ ਹੈ, ਤਾਂ ਤੁਹਾਨੂੰ ਐਨਓਸੀ ਦੀ ਕੋਈ ਲੋੜ ਨਹੀਂ ਹੋਵੇਗੀ। ਪਰ ਇਹਦੇ ਵਿੱਚ ਇੱਕ ਸ਼ਰਤ ਇਹ ਵੀ ਰੱਖੀ ਗਈ ਹੈ ਕਿ ਤੁਸੀਂ ਜਿੰਨਾ ਖੇਤਰ ਉਸ ਵਿਕਰੀ ਡੀਡ ਰਾਹੀਂ ਖਰੀਦ ਕੀਤਾ ਹੈ ਉਹਨਾਂ ਖੇਤਰ ਹੀ ਅਗਾਂਹ ਸੇਲ ਕਰ ਸਕਦੇ ਹੋ। ਜੇ ਤੁਸੀਂ ਉਸ ਦੀ ਵਰਗ ਵੰਡ ਕਰਦੇ ਹੋ, ਉਸ ਦੀ ਤਕਸੀਮ ਕਰਕੇ ਉਸ ਨੂੰ 2 ਜਾਂ 3 ਹਿੱਸਿਆਂ ਦੇ ਵਿੱਚ ਵੰਡਦੇ ਹੋ, ਤਾਂ ਤੁਹਾਨੂੰ ਐਨਓਸੀ ਲੈਣ ਦੀ ਲੋੜ ਪਵੇਗੀ। ਡੀ, ਜਿਨ੍ਹਾਂ ਜਾਇਦਾਦਾਂ ਪਲਾਟਾਂ ਲਈ ਪਹਿਲਾਂ ਵਿਕਰੀ ਡੀਡ ਦੇ ਸਮੇਂ ਪਹਿਲਾਂ ਹੀ ਐਨਓਸੀ ਪ੍ਰਾਪਤ ਕੀਤੀ ਜਾ ਚੁੱਕੀ ਹੈ, ਉਸ ਤੋਂ ਬਾਅਦ ਦੀ ਵਿਕਰੀ ਡੀਡ ਲਈ ਕਿਸੇ ਐਨਓਸੀ ਦੀ ਲੋੜ ਨਹੀਂ ਹੈ, ਬਸ਼ਰਤੇ ਕਿ ਐਨਓਸੀ ਵਿੱਚ ਸ਼ਾਮਲ ਖੇਤਰ ਵਿਕਰੀ ਡੀਡ ਦੇ ਖੇਤਰ ਵਾਂਗ ਹੀ ਰਹੇ। ਇਸ ਤੋਂ ਭਾਵ ਇਹ ਹੈ ਕਿ ਜੇਕਰ ਤੁਸੀਂ ਪਹਿਲਾਂ ਕਿਸੇ ਪਲਾਟ ਦੀ ਰਜਿਸਟਰੀ ਕਰਵਾਉਣ ਸਮੇਂ ਐਨਓਸੀ ਪ੍ਰਾਪਤ ਕਰ ਲਿਆ ਸੀ ਤੇ ਉਸ ਐਨਓਸੀ ਦੇ ਆਧਾਰ ਤੇ ਤੁਸੀਂ ਵਿਕਰੀ ਡੀਡ ਰਜਿਸਟਰਡ ਕਰਵਾਈ ਸੀ, ਤਾਂ ਫਿਰ ਤੁਹਾਨੂੰ ਦੁਬਾਰਾ ਐਨਓਸੀ ਦੀ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਇੱਥੇ ਵੀ ਸ਼ਰਤ ਉਹੀ ਇਹ ਰੱਖੀ ਗਈ ਹੈ ਕਿ ਉਸ ਪਲਾਟ ਦੀ ਦੁਬਾਰਾ ਤੁਸੀਂ ਵਰਗ ਵੰਡ ਨਹੀਂ ਕਰ ਸਕਦੇ, ਉਸ ਨੂੰ ਦੁਬਾਰਾ ਤੁਸੀਂ 2 ਜਾਂ 3 ਹਿੱਸਿਆਂ 'ਚ ਨਹੀਂ ਵੰਡ ਸਕਦੇ। ਈ, ਸੰਬੰਧਿਤ ਅਥਾਰਟੀ ਦੁਆਰਾ ਪਹਿਲਾਂ ਜਾਰੀ ਕੀਤਾ ਗਿਆ ਐਨਓਸੀ ਵੈਧ ਰਹੇਗਾ, ਯਾਨੀ ਕਿ ਜੇ ਕਿਸੇ ਸੰਬੰਧਿਤ ਅਥਾਰਟੀ ਵੱਲੋਂ ਤੁਹਾਨੂੰ ਪਹਿਲਾਂ ਕਿਸੇ ਪਲਾਟ ਦਾ ਐਨਓਸੀ ਮਿਲ ਚੁੱਕਿਆ ਹੈ ਤਾਂ ਤੁਹਾਨੂੰ ਦੁਬਾਰਾ ਐਨਓਸੀ ਲੈਣ ਦੀ ਲੋੜ ਨਹੀਂ ਹੈ। ਹੁਣ ਇਸ ਪੱਤਰ ਵਿੱਚ ਇਹ ਦੱਸਿਆ ਗਿਆ ਹੈ ਕਿ ਐਨਓਸੀ ਜਾਰੀ ਕਰਨ ਲਈ ਸਮਰੱਥ ਅਥਾਰਟੀ ਕਿਹੜੀ ਹੋਵੇਗੀ। ਜੇਕਰ ਤੁਹਾਡੀ ਜਾਇਦਾਦ ਮਿਊਨਿਸਪਲ ਕਾਰਪੋਰੇਸ਼ਨ ਦੀ ਹਦੂਦ ਦੇ ਅੰਦਰ ਹੈ ਤਾਂ ਉਸ ਲਈ ਸੰਬੰਧਿਤ ਮਿਊਨਿਸਪਲ ਕਾਰਪੋਰੇਸ਼ਨ ਦਾ ਕਮਿਸ਼ਨਰ ਐਨਓਸੀ ਜਾਰੀ ਕਰੇਗਾ। ਹੋਰ ਸਥਾਨਕ ਸ਼ਹਿਰੀ ਬਾਡੀਜ਼ ਲਈ ਮਿਊਨਿਸਪਲ ਕਮੇਟੀ, ਕੌਂਸਲ, ਨਗਰ ਪੰਚਾਇਤ ਲਈ ਐਡੀਸ਼ਨਲ ਡਿਪਟੀ ਕਮਿਸ਼ਨਰ ਅਰਬਨ ਡਿਵੈਲਪਮੈਂਟ ਆਫ ਕੰਸਰਨਡ ਡਿਸਟ੍ਰਿਕਟ। ਸੋ ਮਿਊਨਿਸਪਲ ਕਮੇਟੀ, ਕੌਂਸਲ, ਨਗਰ ਪੰਚਾਇਤ ਦੇ ਲਈ ਐਡੀਸ਼ਨਲ ਡਿਪਟੀ ਕਮਿਸ਼ਨਰ ਸੰਬੰਧਿਤ ਜ਼ਿਲ੍ਹੇ ਦਾ ਉਹ ਤੁਹਾਨੂੰ ਐਨਓਸੀ ਜਾਰੀ ਕਰੇਗਾ। ਇੱਥੇ ਇਹ ਵੀ ਗੱਲ ਦੱਸਣਯੋਗ ਆ ਕਿ ਏਡੀਸੀ ਜੂਡੀ ਵੱਲੋਂ ਜਿਹੜੀਆਂ ਕੁਛ ਕੁ ਖੇਤਰਾਂ ਦੀਆਂ ਜਿਹੜੀਆਂ ਐਨਓਸੀ ਦੇਣ ਦੀਆਂ ਪਾਵਰਾਂ ਨੇ ਮਿਊਨਿਸਪਲ ਕਮੇਟੀਆਂ ਦੇ
ਜਾਂ ਨਗਰ ਪੰਚਾਇਤਾਂ ਦੇ ਈਓ ਸਾਹਿਬਾਨ ਨੂੰ ਡੈਲੀਗੇਟ ਕੀਤੀਆਂ ਹੋਈਆਂ ਗਈਆਂ। ਸੋ ਕੁਝ ਖੇਤਰਾਂ ਦੀਆਂ ਜਿਹੜੀਆਂ ਐਨਓਸੀਆਂ ਈਓ ਵੀ ਜਾਰੀ ਕਰਨਗੇ। ਮਿਊਨਿਸਪਲ ਹਦੂਦ ਤੋਂ ਬਾਹਰ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਏਰੀਆ SAS ਨਗਰ ਮੋਹਾਲੀ ਲਈ, ਗਮਾਡਾ ਮੋਹਾਲੀ, ਲੁਧਿਆਣਾ ਲਈ ਗਲਾਡਾ ਲੁਧਿਆਣਾ, ਪਟਿਆਲਾ ਲਈ PDA ਪਟਿਆਲਾ, ਬਠਿੰਡਾ ਲਈ BDA ਬਠਿੰਡਾ, ਜਲੰਧਰ ਲਈ JDA ਜਲੰਧਰ, ਅੰਮ੍ਰਿਤਸਰ ਲਈ ADA ਅੰਮ੍ਰਿਤਸਰ। ਫॉर ਆਲ ਅਦਰ ਡਿਸਟ੍ਰਿਕਟ ਯਾਨੀ ਕਿ ਹੋਰ ਜ਼ਿਲ੍ਹਿਆਂ ਦੇ ਲਈ ਐਡੀਸ਼ਨਲ ਡਿਪਟੀ ਕਮਿਸ਼ਨਰ ਅਰਬਨ ਡਿਵੈਲਪਮੈਂਟ ਆਫ ਕੰਸਰਨਡ ਡਿਸਟ੍ਰਿਕਟ ਯਾਨੀ ਕਿ ਇਹਨਾਂ ਜ਼ਿਲ੍ਹਿਆਂ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੀ NOC ਲੈਣ ਦੇ ਲਈ ADC ਜੂਡੀ ਹੀ ਤੁਹਾਨੂੰ NOC ਜਾਰੀ ਕਰੇਗਾ। ਸਾਨੂੰ ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਅਨਆਥੋਰਾਈਜ਼ਡ ਕਲੋਨੀਆਂ ਜਾਂ ਅਣਅਧਿਕਾਰਤ ਕਲੋਨੀਆਂ ਕਿਹੜੀਆਂ ਹਨ। ਜਦੋਂ ਕੋਈ ਵਿਅਕਤੀ ਕਿਸੇ ਐਗਰੀਕਲਚਰਲ ਲੈਂਡ ਨੂੰ ਪਲਾਟਾਂ ਵਿੱਚ ਕੱਟ ਕੇ ਜਾਂ ਵੱਖ-ਵੱਖ ਟੋਟਿਆਂ ਦੇ ਵਿੱਚ ਕੱਟ ਕੇ ਉਸ ਨੂੰ ਰਿਹਾਇਸ਼ੀ ਜਾਂ ਵਪਾਰਕ ਬਣਾ ਲੈਂਦਾ ਹੈ, ਯਾਨੀ ਕਿ ਉਸ ਦੀ ਜਿਹੜੀ ਕਿਸਮ ਆ ਉਹ ਤਬਦੀਲ ਕਰ ਦਿੰਦਾ ਹੈ, ਤਾਂ ਉਸ ਨੂੰ ਕਲੋਨੀ ਕਿਹਾ ਜਾਂਦਾ ਹੈ। ਜੇਕਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਾਰੀਆਂ ਸਹੂਲਤਾਂ ਇਸ ਕਲੋਨੀ ਦੇ ਵਿੱਚ ਪ੍ਰਦਾਨ ਕਰਕੇ ਸਰਕਾਰ ਨੂੰ ਬਣਦੀਆਂ ਫੀਸਾਂ ਭਰ ਕੇ ਇਸ ਨੂੰ ਅਪਰੂਵਡ ਕਰਵਾ ਲਿਆ ਜਾਂਦਾ ਹੈ ਤਾਂ ਇਸ ਨੂੰ ਅਪਰੂਵਡ ਕਲੋਨੀ ਕਿਹਾ ਜਾਂਦਾ ਹੈ। ਪਰੰਤੂ ਜੇਕਰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਨੂੰ ਅਪਰੂਵਡ ਨਹੀਂ ਕਰਵਾਇਆ ਜਾਂਦਾ ਤਾਂ ਇਹ ਇੱਕ ਅਨਅਪਰੂਵਡ ਕਲੋਨੀ ਹੁੰਦੀ ਹੈ। ਆਮ ਤੌਰ ਤੇ ਦੇਖਣ ਵਿੱਚ ਆਇਆ ਹੈ ਕਿ ਕੁਝ ਕਲੋਨਾਈਜ਼ਰਾਂ ਵੱਲੋਂ ਐਗਰੀਕਲਚਰ ਲੈਂਡ ਦੇ ਵਿੱਚ ਪਲਾਟ ਕੱਟ ਕੇ ਰਿਹਾਇਸ਼ੀ ਕਲੋਨੀਆਂ ਬਣਾ ਦਿੱਤੀਆਂ ਗਈਆਂ ਹਨ। ਉਹਨਾਂ ਦੇ ਉੱਤੇ ਬਾਉਂਡਰੀ ਕਰ ਦਿੱਤੀ ਗਈ ਹੈ, ਸੜਕਾਂ ਬਣਾ ਦਿੱਤੀਆਂ ਗਈਆਂ ਹਨ, ਸੀਵਰੇਜ ਦੀਆਂ ਸੁਵਿਧਾਵਾਂ, ਵਾਟਰ ਸਪਲਾਈ ਦੀਆਂ ਸੁਵਿਧਾਵਾਂ ਵੀ ਦੇ ਦਿੱਤੀਆਂ ਗਈਆਂ ਹਨ। ਪਰੰਤੂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਫੀਸਾਂ ਜਮ੍ਹਾਂ ਕਰਵਾ ਕੇ ਉਸ ਨੂੰ ਅਪਰੂਵਡ ਨਹੀਂ ਕਰਵਾਇਆ ਗਿਆ ਹੈ। ਉਹਨਾਂ ਪਲਾਟਾਂ ਦੀ ਰਜਿਸਟਰੀ ਲਈ NOC ਲੈਣਾ ਲਾਜ਼ਮੀ ਹੋਵੇਗਾ ਤੇ ਜੋ ਕਲੋਨੀਆਂ ਆਥੋਰਾਈਜ਼ਡ ਹਨ, ਅਪਰੂਵਡ ਹਨ, ਉਹਨਾਂ ਲਈ ਕਿਸੇ NOC ਦੀ ਜ਼ਰੂਰਤ ਨਹੀਂ ਹੈ। ਇਹ ਅਨਅਪਰੂਵਡ ਕਲੋਨੀਆਂ ਵੀ ਦੋ ਪ੍ਰਕਾਰ ਦੀਆਂ ਹਨ। ਇੱਕ ਤਾਂ ਉਹ ਕਲੋਨੀਆਂ ਹਨ ਜਿੱਥੇ ਕਲੋਨਾਈਜ਼ਰਾਂ ਨੇ ਐਗਰੀਕਲਚਰ ਲੈਂਡ ਦੇ ਵਿੱਚ ਪਲਾਟ ਕੱਟੇ ਹਨ, ਗਲੀਆਂ ਬਣਾਈਆਂ ਹਨ, ਪੱਕੀਆਂ ਸੜਕਾਂ ਬਣਾਈਆਂ ਹਨ, ਵਾਟਰ ਸਪਲਾਈ, ਸੀਵਰੇਜ ਵਗੈਰਾ ਦੀਆਂ ਸੁਵਿਧਾਵਾਂ ਵੀ ਦਿੱਤੀਆਂ ਹਨ, ਪਾਰਕ ਬਣਾਏ ਹਨ, ਬਾਉਂਡਰੀ ਕਰਕੇ ਪੂਰੀ ਕਲੋਨੀ ਦੀ ਸ਼ਕਲ ਦਿੱਤੀ ਹੈ, ਪਰੰਤੂ ਉਸ ਕਲੋਨੀ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਪਰੂਵਡ ਨਹੀਂ ਕਰਵਾਇਆ। ਦੂਸਰੀਆਂ ਅਨਆਥੋਰਾਈਜ਼ਡ ਕਲੋਨੀਆਂ ਉਹ ਹਨ ਜਿੱਥੇ ਐਗਰੀਕਲਚਰ ਲੈਂਡ ਦੇ ਵਿੱਚ ਕਲੋਨਾਈਜ਼ਰਾਂ ਵੱਲੋਂ ਪਲਾਟ ਤਾਂ ਕੱਟੇ ਗਏ ਹਨ, ਉਸ ਦੀ ਕਿਸਮ ਚੇਂਜ ਕੀਤੀ ਗਈ ਹੈ, ਗਲੀਆਂ ਛੱਡੀਆਂ ਗਈਆਂ ਹਨ, ਪਰੰਤੂ ਸੁਵਿਧਾ ਕੋਈ ਨਹੀਂ ਦਿੱਤੀ ਗਈ। ਨਾ ਹੀ ਉਸ ਦੇ ਉੱਤੇ ਬਾਉਂਡਰੀ ਕੀਤੀ ਗਈ ਹੈ, ਨਾ ਹੀ ਗਲੀਆਂ ਪੱਕੀਆਂ ਕੀਤੀਆਂ ਗਈਆਂ ਹਨ, ਨਾ ਹੀ ਕੋਈ ਵਾਟਰ ਸਪਲਾਈ ਜਾਂ ਸੀਵਰੇਜ ਵਗੈਰਾ ਦੀ ਕੋਈ ਸੁਵਿਧਾ ਦਿੱਤੀ ਗਈ ਹੈ। ਇਹ ਦੋਨੋਂ ਪ੍ਰਕਾਰ ਦੀਆਂ ਜਿਹੜੀਆਂ ਕਲੋਨੀਆਂ ਹੀ ਅਨਆਥੋਰਾਈਜ਼ਡ ਕਲੋਨੀਆਂ ਹਨ। ਜਦ ਕਿ ਆਮ ਲੋਕਾਂ ਨੂੰ ਇਸ ਬਾਰੇ ਕਾਫੀ ਉਲਝਣ ਤਾਣੀ ਬਣੀ ਹੋਈ ਹੈ, ਕਿਉਂਕਿ ਕਈ ਵਾਰ ਤਹਿਸੀਲਾਂ ਦੇ ਵਿੱਚ ਆਮ ਲੋਕ ਬਹਿਸ ਕਰਦੇ ਦੇਖੇ ਗਏ ਹਨ। ਉਹ ਕਹਿੰਦੇ ਹਨ ਕਿ ਸਾਡਾ ਪਲਾਟ ਤਾਂ ਕਿਸੇ ਕਲੋਨੀ ਵਿੱਚ ਹੀ ਨਹੀਂ ਹੈ, ਜਦ ਕਿ ਉਹਨਾਂ ਦਾ ਪਲਾਟ ਵੀ ਅਨਆਥੋਰਾਈਜ਼ਡ ਕਲੋਨੀਆਂ ਦਾ ਹੀ ਹਿੱਸਾ ਹੁੰਦਾ ਹੈ। ਉਹ ਕਿਉਂ ਹੁੰਦਾ ਹੈ? ਕਿਉਂਕਿ ਉਹਨਾਂ ਨੂੰ ਇੰਝ ਜਾਪਦਾ ਹੈ ਕਿ ਸਾਡਾ ਜਿਹੜਾ ਪਲਾਟ ਹੈ ਉਸ ਦੇ ਉੱਤੇ ਕੋਈ ਬਾਉਂਡਰੀ ਨਹੀਂ ਕੀਤੀ ਗਈ, ਕੋਈ ਸੜਕਾਂ ਨਹੀਂ ਬਣਾਈਆਂ ਗਈਆਂ, ਕੋਈ ਸੀਵਰੇਜ ਨਹੀਂ ਦਿੱਤਾ ਗਿਆ, ਤਾਂ ਸਾਡਾ ਪਲਾਟ ਜਿਹੜੀ ਕਿ ਉੱਥੇ ਕੋਈ ਕਲੋਨੀ ਨਹੀਂ ਬਣੀ, ਜਦ ਕਿ ਉਹ ਵੀ ਇੱਕ ਅਨਅਪਰੂਵਡ ਕਲੋਨੀ ਹੈ ਔਰ ਸਭ ਤੋਂ ਖਤਰਨਾਕ ਉਹ ਕਲੋਨੀ ਹੈ। ਇੱਕ ਪਾਸੇ ਉਹ ਕਲੋਨੀ ਹੈ ਜਿੱਥੇ ਸੁਵਿਧਾਵਾਂ ਦਿੱਤੀਆਂ ਗਈਆਂ ਹਨ, ਸਿਰਫ ਸਰਕਾਰ ਤੋਂ ਅਪਰੂਵਡ ਨਹੀਂ ਕਰਵਾਇਆ ਗਿਆ। ਇੱਕ ਪਾਸੇ ਉਹ ਅਨਆਥੋਰਾਈਜ਼ਡ ਕਲੋਨੀ ਹੈ ਜਿੱਥੇ ਕੋਈ ਸੁਵਿਧਾ ਵੀ ਨਹੀਂ ਦਿੱਤੀ ਗਈ ਤੇ ਐਗਰੀਕਲਚਰ ਲੈਂਡ ਨੂੰ ਰਿਹਾਇਸ਼ੀ ਜਾਂ ਵਪਾਰਕ ਬਣਾ ਕੇ ਪਲਾਟ ਵੇਚ ਦਿੱਤੇ ਗਏ ਹਨ। ਸੋ ਇਹਨਾਂ ਪਲਾਟਾਂ ਦੀ ਰਜਿਸਟ੍ਰੇਸ਼ਨ ਲਈ NOC ਲਾਜ਼ਮੀ ਹੈ। ਸੋ ਹੁਣ ਸਾਨੂੰ ਅਣਅਧਿਕਾਰਤ ਜਾਂ ਅਨਅਪਰੂਵਡ ਅਤੇ ਅਪਰੂਵਡ ਜਾਂ ਅਧਿਕਾਰਤ ਕਲੋਨੀਆਂ ਦਾ ਫਰਕ ਹੈ ਜਿਹੜਾ ਸਮਝ ਆ ਗਿਆ ਹੋਵੇਗਾ। ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ। ਸੋ ਦੋਸਤੋ, ਸਾਡੇ ਚੈਨਲ ਨੌਲੇਜ ਸਰਵਿਸਿਜ਼ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਵਾਲੇ ਬੈਲ ਆਈਕਨ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ। ਧੰਨਵਾਦ ਦੋਸਤੋ।